इक ओंकार सतनाम करता पुरख निर्भव निर्वैर अकाल मूरत अजूनी सैभं गुर प्रसाद तेरे कवण कवण गुण कह कह गावा तू साहिब गुणी निधाना तुमरी महिमा वरन न सकूं तू ठाकुर ऊच भगवाना सतनाम। धन वाहिगुरु जी। आसा आनीले कुंभ भराईले उदक ठाकुर को स्नान करूं 42 लख जी जल मह होते बीठल पहला काय करो जत्र जाऊं तत बीठल पहला महा आनंद करे सद केला रहाऊ आनी ले फूल परोई ले माला ठाकुर की हो पूज करूं पहले बास लई है भवरै बीठल पहला काय करूं आनी ले दूध रिंधाई ले खीरंग ठाकुर को नैवेद करूं पहले दूध विटारियो बछरै बीठल पहला काय करूं ईवै बीठल ऊवै बीठल बीठल बिन संसार नहीं थान थनंतर नामा प्रणवै पूर रहो तू सरब मही ईवै बीठल ऊवै बीठल बीठल बिन संसार नहीं थान थनंतर नामा प्रणवै पूर रहो तू सरब मही। वाहिगुरु जी का खालसा वाहिगुरु जी की फतेह। तन तन साहिब श्री गुरु ग्रंथ साहब महाराज जी दी पावन पाक हजूरी विच सभाईमान होए बैठे सतसंगी जनों सतगुरां दी अपार कृपा सदका आपां सारे गुरु दर ते नतमस्तक होने लई आए हाँ। गुरु महाराज जी दी बख्शी हुई पावन विचार भगतां दे हिरदे विचों
ਜੋ ਰੱਬੀ ਬੋਲ ਪ੍ਰਗਟ ਹੋਏ ਉਹਨਾਂ ਨੂੰ ਵਿਚਾਰਨ ਦਾ ਇਸ ਵੇਲੇ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਅੱਜ ਦਾ ਪਾਵਨ ਸ਼ਬਦ ਭਗਤ ਨਾਮਦੇਵ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਅੰਕ 485 ਦੇ ਉੱਤੇ ਦਰਗਾਹੀ ਬੋਲ ਦਰਜ ਹਨ। ਭਗਤ ਨਾਮਦੇਵ ਜੀ ਨੇ ਇਸ ਸ਼ਬਦ ਦੇ ਰਾਹੀਂ ਮਨੁੱਖ ਮਾਤਰ ਨੂੰ ਇਹ ਗੱਲ ਸਮਝਾਈ ਕਿ ਅਸਲ ਜਿਹੜੀ ਭਗਤੀ ਹੈ ਉਹ ਸਰਵ ਵਿਆਪਕ ਪ੍ਰਮਾਤਮਾ ਦੀ ਕਰਨੀ ਚਾਹੀਦੀ ਹੈ ਅਤੇ ਇੱਥੇ ਮੂਰਤੀ ਪੂਜਾ ਦਾ ਭਗਤ ਜੀ ਨੇ ਖੰਡਨ ਕੀਤਾ ਹੈ ਅਤੇ ਸਰਵ ਵਿਆਪਕ ਪ੍ਰਭੂ ਦੀ ਭਗਤੀ ਦਾ ਉਪਦੇਸ਼ ਪਾਵਨ ਸ਼ਬਦ ਦੇ ਰਾਹੀਂ ਬਖਸ਼ਿਸ਼ ਕੀਤਾ ਹੈ। ਆਓ ਆਪਾਂ ਯਤਨ ਕਰਾਂਗੇ ਇਹਨਾਂ ਅਗੰਮੀ ਬੋਲਾਂ ਨੂੰ ਗੁਰਮਤਿ ਦੀ ਰੋਸ਼ਨੀ ਵਿੱਚ ਸਮਝ ਸਕੀਏ ਅਤੇ ਗੁਰੂ ਵਿਚਾਰਧਾਰਾ ਨੂੰ ਦ੍ਰਿੜ ਕਰ ਸਕੀਏ। ਮਨੋਬਿਰਤੀਆਂ ਇਕਾਗਰ ਕਰੋ ਜੀ, ਪ੍ਰੇਮ ਸਹਿਤ ਸਾਹਿਬਾਂ ਨੂੰ ਝੁਕਾਓ ਸੀਸ, ਗੁਰਮੰਤਰ ਦੀ ਸਾਧਨ ਕਰੋ, ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਸਤਨਾਮ ਸ੍ਰੀ ਵਾਹਿਗੁਰੂ। ਅਸੀਂ ਧਰਮ ਦੀ ਦੁਨੀਆ ਦੇ ਅੰਦਰ ਬਾਰ-ਬਾਰ ਇੱਕ ਗੱਲ ਸੁਣਦੇ ਆ ਰਹੇ ਹਾਂ, ਉਹ ਸ਼ਬਦ ਹੈ ਪੂਜਾ। ਪਰ ਕਦੀ ਸਮਝਿਆ ਕਿ ਪੂਜਾ ਕੀ ਹੁੰਦੀ ਹੈ? ਪੂਜਾ ਕਿਹਨੂੰ ਕਹਿੰਦੇ ਹਨ? ਅਸਲ ਦੇ ਵਿੱਚ ਮਨੁੱਖ ਦਾ ਹੌਲੀ ਹੌਲੀ ਦਿੱਤੇ ਹੋਏ ਸਿਧਾਂਤਾਂ ਤੋਂ ਥਿੜਕ ਜਾਣਾ, ਉਹਨਾਂ ਲਫ਼ਜ਼ਾਂ ਦਾ ਹੌਲੀ ਹੌਲੀ ਰੂਪ ਬਦਲ ਜਾਣਾ, ਇਹ ਮਨੁੱਖ ਦੀ ਬਿਰਤੀ ਵਿੱਚ ਹੈ। ਅਸਲ ਵਿੱਚ ਪੂਜਾ ਦਾ ਅਰਥ ਹੁੰਦਾ ਹੈ ਭੇਟ। ਕੀ ਅਰਥ ਹੁੰਦਾ ਜੀ ਪੂਜਾ ਦਾ? ਭੇਟ। ਅਸੀਂ ਜਦੋਂ ਕਿਸੇ ਨੂੰ ਰੱਬ ਦੀ ਗੱਲ ਕਰਦੇ ਸੁਣਦੇ ਹਾਂ, ਕੋਈ ਸਾਨੂੰ ਰੱਬ ਦੀ ਗੱਲ ਕਰਦਾ ਹੈ, ਸਾਨੂੰ ਆਪਣੇ ਤੋਂ ਵੱਡਾ ਨਜ਼ਰ ਆਉਂਦਾ ਹੈ, ਤਾਂ ਉੱਥੇ ਅਸੀਂ ਉਹਦੇ ਉੱਤੇ ਕੁਝ ਭੇਟ ਕਰਦੇ ਹਾਂ। ਔਰ ਇੱਥੋਂ ਹੀ ਇਹ ਪੂਜਾ ਦਾ ਜਿਹੜਾ ਸੰਦਰਭ ਹੈ, ਪੂਜਾ ਦਾ ਜਿਹੜਾ ਕਨਸੈਪਟ ਹੈ, ਇੱਥੋਂ ਸ਼ੁਰੂ ਹੁੰਦਾ ਹੈ। ਆਪਣੇ ਦੇ ਉੱਤੋਂ ਕੁਝ ਭੇਟ ਕਰਨਾ। ਜੋ ਸਾਨੂੰ ਰੱਬ ਨਜ਼ਰ ਆ ਰਿਹਾ ਹੈ, ਗੁਰੂ ਨਜ਼ਰ ਆ ਰਿਹਾ ਹੈ, ਸਾਨੂੰ ਕੋਈ ਵੱਡਾ ਨਜ਼ਰ ਆ ਰਿਹਾ ਹੈ, ਅਸੀਂ ਕਹਿੰਦੇ ਸੀ ਉਸ ਦੀ ਪੂਜਾ ਕਰਦੇ ਹਾਂ। ਇੱਕ ਸਹਿਜ ਸੁਭਾਅ ਲਫ਼ਜ਼ ਹੈ ਕਿ ਅਸੀਂ ਉਸ ਦੀ ਪੂਜਾ ਕਰਦੇ ਹਾਂ। ਪਰ ਜਦੋਂ ਅਸੀਂ ਦੇਖਦੇ ਹਾਂ ਕਿ ਸਾਡੇ ਇਹਨਾਂ ਕਰਮਾਂ ਦਾ ਨਵੀਨੀਕਰਨ ਹੋ ਗਿਆ, ਪਾਓ ਕਿ ਸਾਡੇ ਕਰਮ ਬਦਲਦੇ ਚਲੇ ਗਏ। ਔਰ ਮੈਂ ਇਸ ਤਰ੍ਹਾਂ ਸਮਝਦਾ ਕਿ ਅਜੋਕੇ ਸਮੇਂ ਵਿੱਚ ਮਨੁੱਖ ਦੀ ਜੋ ਪੂਜਾ ਹੈ ਜਾਂ ਜਿਸ ਤਰ੍ਹਾਂ ਮਨੁੱਖ ਪੂਜਾ ਕਰ ਰਿਹਾ ਹੈ, ਉਹ ਪੂਜਾ ਦਾ ਕਰਮ ਜਿਹੜਾ ਹੈ ਬਿਲਕੁਲ ਚੇਂਜ ਹੋ ਚੁੱਕਿਆ ਹੈ, ਜਿਸ ਕਰਕੇ ਇਹਦੇ ਚੀਜ਼ਾਂ ਦੀ ਅਰਮਤਾ ਹੁੰਦੀ ਹੈ। ਮਨੁੱਖ ਉਹਨਾਂ ਸਾਰੀਆਂ ਚੀਜ਼ਾਂ ਤੋਂ ਕਿਤੇ ਨਾ ਕਿਤੇ ਥਿੜਕਿਆ ਹੋਇਆ ਨਜ਼ਰ ਆਉਂਦਾ ਹੈ। ਔਰ ਮੈਂ ਇਸ ਗੱਲ ਨੂੰ ਇਸ ਤਰ੍ਹਾਂ ਸਮਝਦਾ ਜਿਵੇਂ ਕਿਸੇ ਪਹਾੜ ਦਾ ਸੀਨਾ ਚੀਰ ਕੇ ਜਦੋਂ ਨਿਰਮਲ ਜਲ ਦਾ ਸੋਮਾ ਪ੍ਰਗਟ ਹੁੰਦਾ ਹੈ, ਉਹ ਬੜਾ ਨਿਰਮਲ ਹੁੰਦਾ ਹੈ, ਸਾਫ਼ ਪਾਣੀ ਹੁੰਦਾ ਹੈ। ਆਪਣੀ ਤਸਵੀਰ ਵੀ ਉਸ ਪਾਣੀ ਦੇ ਵਿੱਚ ਬਿਲਕੁਲ ਸਾਫ਼ ਨਜ਼ਰ ਆਉਂਦੀ ਹੈ। ਪਰ ਹੌਲੀ ਹੌਲੀ ਜਦੋਂ ਉਹ ਪਾਣੀ ਆਪਣੀ ਮੰਜ਼ਿਲ ਵੱਲ ਵੱਧਦਾ ਹੈ, ਸਮੁੰਦਰ ਤੱਕ ਪਹੁੰਚਣਾ ਚਾਹੁੰਦਾ ਹੈ,
ਤੇ ਹੌਲੀ ਹੌਲੀ ਉਹ ਨਿਰਮਲ ਜਲ ਦਾ ਝਰਨਾ ਥਾਂ ਥਾਂ 'ਤੇ ਵਿਚਰਦਾ ਹੋਇਆ ਅਸੀਂ ਦੇਖਦੇ ਹਾਂ ਕਿ ਉਹ ਗੰਦਾ ਹੁੰਦਾ ਚਲਾ ਜਾਂਦਾ ਹੈ ਤੇ ਆਖਿਰ ਜਾ ਕੇ ਉਹ ਗੰਦਾ ਹੋ ਜਾਂਦਾ ਹੈ। ਇਸ ਤਰ੍ਹਾਂ ਜਿੱਥੋਂ ਕਿ ਪੂਜਾ ਦਾ ਕਨਸੈਪਟ ਆਰੰਭ ਹੁੰਦਾ ਹੈ, ਪੂਜਾ ਦਾ ਅਰਥ ਸੀ ਕਿ ਕੋਈ ਭੇਟਾ ਕਰਨੀ, ਕਿਸੇ ਦੇ ਉੱਤੇ ਵਾਰਨੇ ਜਾਣਾ, ਸਦਕੇ ਹੋਣਾ। ਪਰ ਹੌਲੀ ਹੌਲੀ ਬਾਹਰ ਦੀ ਕਿਰਿਆ ਤਾਂ ਰਹਿ ਗਈ, ਪਰ ਅੰਦਰ ਦੀ ਜੋ ਕਿਰਿਆ ਸੀ ਉਹ ਸਾਡੇ ਜੀਵਨ ਵਿੱਚੋਂ ਪਾਸੇ ਹੋ ਗਈ, ਕਿਉਂਕਿ ਜਿਹੜਾ ਵੱਡਾ ਸੀ ਉਹਦੇ ਬਚਨਾਂ ਤੋਂ ਲੋਕ ਵਾਰਨੇ ਜਾਂਦੇ ਸੀ, ਉਹਦੇ ਬਚਨਾਂ ਤੋਂ ਕੁਰਬਾਨ ਜਾਂਦੇ ਸੀ ਵੀ ਤੂੰ ਮੈਨੂੰ ਜੀਵਨ ਦੇ ਵਿੱਚ ਪ੍ਰਭੂ ਮਿਲਾਪ ਦੀ ਗੱਲ ਸਮਝਾਈ ਹੈ, ਰੱਬੀ ਮਿਲਾਪ ਦੀ ਗੱਲ ਦੱਸੀ ਹੈ। ਪਰ ਹੌਲੀ ਹੌਲੀ ਜਿੱਥੋਂ ਕਿ ਰੱਬੀ ਮਿਲਾਪ ਦੇ ਬਚਨ ਸਨ ਉਹਨਾਂ ਤੋਂ ਅਸੀਂ ਮੁਨਕਰ ਹੋ ਗਏ, ਔਰ ਬਾਹਰ ਦੀ ਜਿਹੜੀ ਕਿਰਿਆ ਸੀ ਉਸ ਨੂੰ ਅਸੀਂ ਧਰਮ ਸਮਝ ਲਿਆ, ਉਸ ਨੂੰ ਅਸੀਂ ਪੂਜਣਾ ਸ਼ੁਰੂ ਕਰ ਦਿੱਤਾ। ਇਸ ਕਰਕੇ ਅਸੀਂ ਦੇਖਦੇ ਹਾਂ ਕਿ ਅਸੀਂ ਬਾਹਰ ਦੇ ਕਰਮ ਨੂੰ ਹੀ ਹੁਣ ਧਰਮ ਸਮਝ ਲਿਆ, ਭਾਵੇਂ ਉਹ ਪੂਜਾ ਦਾ ਰੂਪ ਹੋਵੇ, ਥੜਿਆਂ ਦੀ ਸੇਵਾ ਕਰਨੀ ਨਿਰਮਲ ਜਲ ਦੇ ਨਾਲ, ਭਾਵੇਂ ਕਿਸੇ ਮੰਦਰ ਵਿੱਚ ਰੱਖੀ ਹੋਈ ਮੂਰਤੀ ਨੂੰ ਧੋਣਾ ਹੋਵੇ ਜਾਂ ਉੱਥੇ ਕੁਝ ਭੇਟਾ ਕਰਨਾ ਹੋਵੇ। ਇਹ ਸਾਰੀਆਂ ਚੀਜ਼ਾਂ ਹੌਲੀ ਹੌਲੀ ਕੀ ਹੋਇਆ ਕਿ ਇਹ ਕਰਮ ਕਾਂਡ ਬਣ ਕੇ ਰਹਿ ਗਏ ਅਤੇ ਅੰਤਰੀਵ ਜਿਹੜੀ ਗੱਲ ਸੀ ਉਹ ਪਾਸੇ ਹੋ ਗਈ ਜੀਵਨ ਵਿੱਚੋਂ। ਅੱਜ ਦੇ ਸ਼ਬਦ ਵਿੱਚ ਭਗਤ ਜੀ ਨੇ ਬੜੀ ਜ਼ਿੰਮੇਵਾਰੀ ਦੇ ਨਾਲ ਮਨੁੱਖਤਾ ਨੂੰ ਜਾਗਰਤ ਕੀਤਾ ਔਰ ਸਮਝਾਉਣ ਦਾ ਯਤਨ ਕੀਤਾ ਹੈ ਕਿ ਜਿਸ ਅੱਗੇ ਤੂੰ ਪੂਜਾ ਦਾ ਇਹ ਰੂਪ ਪੇਸ਼ ਕਰ ਰਿਹਾ, ਕਦੇ ਵਿਚਾਰ ਕਰਕੇ ਵੇਖੀ ਕਿ ਉਹ ਚੀਜ਼ਾਂ ਨੂੰ ਤੂੰ ਸਮਝ ਰਿਹਾ ਹੈ ਕਿ ਮੈਂ ਮੂਰਤੀ ਨੂੰ ਪਵਿੱਤਰ ਕਰ ਰਿਹਾ। ਕੋਈ ਕਹਿੰਦਾ ਮੈਂ ਥੜੇ ਨੂੰ ਦੁੱਧ ਨਾਲ ਧੋ ਰਿਹਾ, ਕੋਈ ਕਹਿੰਦਾ ਪਾਣੀ ਨਾਲ ਧੋ ਰਿਹਾ, ਮੈਂ ਫੁੱਲ ਭੇਟਾ ਕਰ ਰਿਹਾ। ਬਹੁਤ ਸਾਰੇ ਰੂਪ ਅੱਜ ਅਸੀਂ ਪੂਜਾ ਦੇ ਦੇਖਦੇ ਹਾਂ, ਗੁਰਦੁਆਰਿਆਂ ਵਿੱਚ ਵੀ ਦੇਖਦੇ ਹਾਂ। ਔਰ ਗੁਸਤਾਖੀ ਮਾਫ਼ ਕਰ ਦੇਣਾ ਕਿ ਬਹੁਤਾਤ ਵਿੱਚ ਇਹ ਕਰਮ ਕਾਂਡ ਬਣ ਕੇ ਰਹਿ ਜਾਣੇ, ਇਹ ਸੁਭਾਵਿਕ ਬਿਰਤੀ ਹੈ ਮਨੁੱਖ ਦੀ। ਭਗਤ ਜੀ ਨੇ ਇਹਨਾਂ ਗੱਲਾਂ ਨੂੰ ਅੱਜ ਟੱਚ ਕੀਤਾ ਹੈ, ਕਿਉਂਕਿ ਧਰਮ ਦੀ ਜੋ ਵਿਆਖਿਆ ਹੈ ਜਾਂ ਧਰਮ ਦੇ ਵਿੱਚ ਜੋ ਪੂਜਾ ਦਾ ਅਰਥ ਹੈ ਉਹ ਹੈ ਵਾਰਨੇ ਜਾਣਾ। ਜਿਵੇਂ ਆਪਾਂ ਮੱਥਾ ਟੇਕਦੇ ਹਾਂ ਨਾ, ਅਤੇ ਹਰ ਇੱਕ ਸਿੱਖ ਤਕਰੀਬਨ ਪਰਿਕਰਮਾ ਕਰਕੇ ਫਿਰ ਆ ਕੇ ਮੱਥਾ ਟੇਕਦਾ। ਉਸਦਾ ਅਰਥ ਕੀ ਸੀ? ਉਹਦਾ ਅਰਥ ਸੀ ਕਿ ਆਪਣੇ ਤੋਂ ਵੱਡੇ ਨੂੰ ਵਾਰਨਾ ਕਰਨਾ, ਕੁਰਬਾਨ ਕਰਨਾ, ਸਦਕੇ ਜਾਣਾ। ਜਿਸ ਤਰ੍ਹਾਂ ਅਸੀਂ ਕਈ ਵਾਰੀ ਦੇਖਦੇ ਹਾਂ ਕਿ ਲੋਕ ਆਪਣੇ ਬੱਚਿਆਂ ਦੇ ਉੱਤੇ ਪੈਸੇ ਵਾਰਦੇ ਹਨ, ਉਸਦਾ ਅਰਥ ਹੈ ਕਿ ਸਾਡਾ ਬੱਚਾ ਇਸ ਧਨ ਤੋਂ ਵੱਡਾ, ਇਸ ਕਰਕੇ ਆਪਣਾ ਧਨ ਅਸੀਂ ਇਸ ਬੱਚੇ ਦੇ ਉੱਤੇ ਵਾਰ ਰਹੇ ਹਾਂ। ਅਸੀਂ ਗੁਰੂ ਸਾਹਿਬ ਜੀ ਦੇ ਉੱਤੇ ਕੁਰਬਾਨ ਹੋ ਰਹੇ ਹਾਂ, ਗੁਰੂ ਸਾਹਿਬ ਜੀ ਤੋਂ ਸਦਕੇ ਜਾ ਰਹੇ ਹਾਂ, ਕਿਉਂਕਿ ਗੁਰੂ ਸਾਹਿਬ ਜੀ ਵੱਡੇ ਨੇ ਅਤੇ ਅਸੀਂ ਛੋਟੇ ਹਾਂ। ਔਰ ਗੁਰੂ ਨਾਨਕ ਪਾਤਸ਼ਾਹ ਨੇ ਇਸ ਤੋਂ ਵੀ ਅਗਲੀ ਗੱਲ ਕਰ ਦਿੱਤੀ। ਮਹਾਰਾਜ ਕਹਿੰਦੇ ਵਾਰਿਆ ਨਾ ਜਾਵਾਂ ਏਕ ਵਾਰ, ਹੇ ਅਕਾਲ ਪੁਰਖ ਵਾਹਿਗੁਰੂ ਤੂੰ ਇਤਨਾ ਕੁ ਵੱਡਾ ਹੈ ਕਿ ਮੈਂ ਤੇਰੇ ਤੋਂ ਇੱਕ ਵਾਰ ਵੀ ਕੁਰਬਾਨ ਨਹੀਂ ਹੋ ਸਕਦਾ, ਸਦਕੇ ਨਹੀਂ ਹੋ ਸਕਦਾ, ਤਾਂ ਤੂੰ ਮੈਂ ਵਾਰਨੇ ਨਹੀਂ ਹੋ ਸਕਦਾ। ਤੂੰ ਐਡਾ ਵੱਡਾ, ਮੈਂ ਐਡਾ ਛੋਟਾ ਹੈ। ਜਿਹੜੀ ਚੀਜ਼ ਵਾਰੀ ਜਾਂਦੀ ਉਹ ਛੋਟੀ ਹੁੰਦੀ ਹੈ, ਜਿਸ ਚੀਜ਼ ਤੋਂ ਅਸੀਂ ਕੁਝ ਵਾਰਦੇ ਹਾਂ ਉਹ ਵੱਡਾ ਹੁੰਦਾ ਹੈ। ਅਸੀਂ ਆਪਾ ਭਾਉ ਗੁਰੂ ਦੇ ਉੱਤੇ ਕੁਰਬਾਨ ਕਰਨਾ ਸੀ, ਗੁਰੂ ਦੇ ਉੱਤੇ ਵਾਰਨੇ ਕਰਨਾ ਸੀ, ਪਰ ਉਹ ਚੀਜ਼ਾਂ ਛੱਡ ਕੇ ਅਸੀਂ ਸੰਸਾਰੀ ਚੀਜ਼ਾਂ ਵਿੱਚ ਆਣ ਕੇ ਫਸ ਗਏ ਔਰ ਧਰਮ ਨੂੰ ਅਸੀਂ ਦੀਵਾਰਾਂ ਦੇ ਵਿੱਚ ਕੈਦ ਕਰ ਲਿਆ। ਇਸ ਕਰਕੇ ਅਸੀਂ ਜਦੋਂ ਧਰਮ ਦੀ ਗੱਲ ਕਰਦੇ ਹਾਂ, ਪੂਜਾ ਦੀ ਗੱਲ ਕਰਦੇ ਹਾਂ, ਧਾਰਮਿਕ ਗ੍ਰੰਥਾਂ ਦੀ ਗੱਲ ਕਰਦੇ ਹਾਂ, ਤਾਂ ਉੱਥੇ ਬੜੀ ਹੈਰਾਨੀ ਹੁੰਦੀ ਹੈ ਕਿ ਜਿਵੇਂ ਆਪਾਂ ਦੇਖਦੇ ਨੇ ਇਸਲਾਮ ਧਰਮ, ਉਹਨਾਂ ਦੀ ਜਿਹੜੀ ਕੁਰਾਨ ਸ਼ਰੀਫ ਹੈ ਉਹਦੇ ਵਿੱਚ ਕਿਤੇ ਵੀ ਤੁਹਾਨੂੰ ਗੋਵਰਧਨ, ਮੁਰਾਰੀ, ਕ੍ਰਿਸ਼ਨ, ਰਾਮ ਦਾ ਨਾਮ ਨਹੀਂ ਮਿਲੇਗਾ। ਉੱਥੇ ਕੇਵਲ ਅੱਲਾ ਦਾ ਨਾਮ ਹੈ। ਔਰ ਉਹਨਾਂ ਨੇ ਗੱਲ ਕਹਿ ਦਿੱਤੀ ਵੀ ਅੱਲਾ ਜਿਹੜਾ ਕੇਵਲ ਤਾਂ ਕੇਵਲ ਅਰਬੀ ਭਾਸ਼ਾ ਹੀ ਬੋਲਦਾ ਹੈ, ਅਰਬੀ ਭਾਸ਼ਾ ਹੀ ਸੁਣਦਾ ਹੈ, ਉਸ ਤੋਂ ਅੱਗੇ ਹੋਰ ਕੋਈ ਭਾਸ਼ਾ ਰੱਬ ਨਹੀਂ ਜਾਣਦਾ। ਅੱਲਾਹ ਤਾਲਾ ਹੋਰ ਕੋਈ ਭਾਸ਼ਾ ਨਾ ਸੁਣਦਾ ਹੈ ਨਾ ਸਮਝਦਾ ਹੈ, ਕੇਵਲ ਉਹ ਅਰਬੀ ਨੂੰ ਸਮਝਦਾ ਹੈ।
ਤੇ ਜਦੋਂ ਅਸੀਂ ਹਿੰਦੂ ਮਤ ਨੂੰ ਵੇਖਦੇ ਹਾਂ ਤਾਂ ਉੱਥੇ ਵੀ ਅਸੀਂ ਦੇਖਣ ਨੂੰ ਮਿਲਦਾ ਹੈ ਕਿ ਉਹਨਾਂ ਦੇ ਧਾਰਮਿਕ ਗ੍ਰੰਥਾਂ ਨੇ ਅਸੀਂ ਦੇਖਦੇ ਹਾਂ ਵੀ ਕਿਤੇ ਵੀ ਤੁਹਾਨੂੰ ਲਫ਼ਜ਼ ਅੱਲਾ ਨਹੀਂ ਮਿਲੇਗਾ। ਕਿਸੇ ਵੀ ਹਿੰਦੂ ਗ੍ਰੰਥ ਦੇ ਅੰਦਰ ਕਿਤੇ ਵੀ ਮੁਹੰਮਦ ਸਾਹਿਬ ਦਾ ਜ਼ਿਕਰ ਨਹੀਂ ਹੋਏਗਾ। ਜਿਹੜਾ ਕਿ ਪੂਜਾ ਸੀ, ਜਿਹੜਾ ਧਰਮ ਸੀ, ਉਸ ਦੇ ਵਿੱਚ ਵੰਡੀਆਂ ਪੈ ਗਈਆਂ ਔਰ ਉਹਨਾਂ ਨੇ ਕਹਿ ਦਿੱਤਾ ਵੀ ਸੰਸਕ੍ਰਿਤ ਹੀ ਰੱਬ ਸੁਣਦਾ ਅਤੇ ਸੰਸਕ੍ਰਿਤ ਹੀ ਰੱਬ ਦੀ ਬੋਲੀ ਹੈ। ਔਰ ਜੋ ਉੱਥੇ ਵੀ ਕਿਤੇ ਸਾਨੂੰ ਦੇਖਣ ਨੂੰ ਮਿਲਦਾ ਕਿ ਧਰਮ ਦੀਆਂ ਵੰਡੀਆਂ ਪੈ ਗਈਆਂ, ਪਰ ਭਗਤਾਂ ਨੇ, ਗੁਰੂ ਸਾਹਿਬਾਨਾਂ ਨੇ ਮਨੁੱਖਤਾ ਦੇ ਉੱਤੇ ਬਹੁਤ ਵੱਡਾ ਪਰਉਪਕਾਰ ਕੀਤਾ ਕਿ ਇਹ ਸਾਰੀਆਂ ਬੰਦਿਸ਼ਾਂ ਤੋੜ ਕੇ ਰੱਬ ਦੀ ਗੱਲ ਸਾਡੇ ਸਾਹਮਣੇ ਰੱਖੀ। ਇਸ ਕਰਕੇ ਜਦੋਂ ਕੋਈ ਸਿੱਖ ਗੁਰਦੁਆਰੇ ਸਵੇਰੇ ਆਉਂਦਾ ਨਾ ਤਾਂ ਉਹਨੂੰ ਇੱਕ ਗੱਲ ਬਾਬਾ ਫਰੀਦ ਜੀ ਕਹਿੰਦੇ ਨੇ, ਭਾਵੇਂ ਸਿੱਖ ਦਾ ਉਸ ਦੇ ਨਾਲ ਕੋਈ ਵਾਸਤਾ ਨਹੀਂ ਹੈ, ਪਰ ਰੋਜ਼ ਸੁਣਨ ਨੂੰ ਮਿਲਦੀ ਹੈ, ਫਰੀਦਾ ਬੇਨਿਵਾਜਾ ਕੁੱਤਿਆ ਇਹ ਨਾ ਭਲੀ ਰੀਤ, ਕਹਿੰਦੇ ਕਬ ਹੀ ਚੱਲਣ ਆਇਆ ਪੰਜੇ ਵਕਤ ਨਵੀਸ ਮਸੀਤ। ਵੀ ਤੂੰ ਜੇ ਨਵਾਜ਼ ਨਹੀਂ ਪੜ੍ਹਦਾ ਤਾਂ ਤੇਰੇ ਵਿੱਚ ਅਤੇ ਕੁੱਤੇ ਵਿੱਚ ਕੋਈ ਫਰਕ ਨਹੀਂ ਹੈ। ਸਾਨੂੰ ਹਰ ਇੱਕ ਤਰੀਕੇ ਦੇ ਰੱਬੀ ਕਲਾਮ ਇਸ ਬਾਣੀ ਦੇ ਵਿੱਚੋਂ ਪ੍ਰਾਪਤ ਹੁੰਦੇ ਹਨ ਔਰ ਸਾਨੂੰ ਇਹ ਸਾਰੀਆਂ ਹੱਦਬੰਦੀਆਂ ਤੋੜ ਕੇ ਗੁਰਮਤਿ ਨੇ ਰੱਬ ਦਾ ਸਹੀ ਗਿਆਨ ਦਿੱਤਾ। ਉਹ ਗਿਆਨ ਅੱਜ ਬਾਬਾ ਫਰੀਦ ਜੀ ਸਾਨੂੰ ਸਮਝਾ ਰਹੇ ਹਨ। ਕਹਿੰਦੇ ਜਤਰ ਜਾਊਂ ਤਤ ਬੀਠਲ ਪਹਿਲਾ। ਜਤਰ ਦਾ ਅਰਥ ਹੈ ਜਿੱਥੇ ਵੀ ਮੈਂ ਜਾਂਦਾ ਹਾਂ। ਭਗਤ ਨਾਮਦੇਵ ਜੀ ਕਹਿੰਦੇ ਨੇ ਮੈਂ ਜਿੱਥਰ ਜਾਂਦਾ ਹਾਂ ਅਤੇ ਉਧਰ ਹੀ ਨਿਰਲੇਪ ਪ੍ਰਭੂ ਮੌਜੂਦ ਹੈ। ਕਹਿੰਦੇ ਤਤ ਬੀਠਲ ਪਹਿਲਾ। ਪਹਿਲਾ ਦਾ ਅਰਥ ਵਿਦਵਾਨਾਂ ਨੇ ਜਿਹੜੇ ਕੀਤੇ ਨੇ ਉਸ ਦਾ ਅਰਥ ਹੈ ਕਿ ਕਿਸੇ ਚੀਜ਼ ਦੇ ਉੱਤੇ ਕੁਰਬਾਨ ਜਾਣਾ। ਆਖਣ ਲੱਗੇ ਮੈਂ ਜਿੱਥੇ ਵੀ ਜਾਂਦਾ ਹਾਂ ਉੱਥੇ ਇਹ ਉਹ ਬੀਠਲ ਪਰਮਾਤਮਾ ਜਿਹੜਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ, ਉਹ ਹਰ ਥਾਂ 'ਤੇ ਮੌਜੂਦ ਹੈ, ਹਰ ਥਾਂ 'ਤੇ ਵਸਿਆ ਹੋਇਆ ਹੈ ਔਰ ਨਿਰਲੇਪ ਹੈ। ਇੱਕ ਰੱਬ ਹੈ ਜਿਹੜਾ ਕਿਸੇ ਵੀ ਚੀਜ਼ ਦੇ ਵਿੱਚ ਲਿਪਤ ਨਹੀਂ ਹੈ, ਉਹ ਨਿਰਲੇਪ ਹੈ, ਸਾਰੀਆਂ ਚੀਜ਼ਾਂ 'ਚ ਬੈਠਾ, ਹਰ ਥਾਂ 'ਤੇ ਮੌਜੂਦ ਹੈ। ਇਸ ਕਰਕੇ ਭਗਤ ਜੀ ਕਹਿੰਦੇ ਜਤਰ ਜਾਊਂ ਤਤ ਬੀਠਲ ਪਹਿਲਾ। ਮੈਂ ਜਿੱਧਰ ਜਾਂਦਾ ਹਾਂ ਉੱਧਰ ਹੀ ਨਿਰਲੇਪ ਪ੍ਰਭੂ ਮੌਜੂਦ ਹੈ। ਅਤੇ ਨਾਲ ਕਹਿਣ ਲੱਗੇ ਮਹਾਂ ਆਨੰਦ ਕਰੇ ਸਦਕੇਲਾ। ਸਭ ਜੀਵਾਂ ਵਿੱਚ ਵਿਆਪਕ ਹੋ ਕੇ ਬੜੇ ਆਨੰਦ ਚੋਜ ਤਮਾਸ਼ੇ ਕਰ ਰਿਹਾ ਪਰਮਾਤਮਾ। ਉਹ ਰੱਬ ਬੜੇ ਆਨੰਦ ਵਿੱਚ ਚੋਜ ਤਮਾਸ਼ੇ ਕਰ ਰਿਹਾ, ਸਾਰੇ ਜੀਵਾਂ 'ਚ ਬੈਠਾ ਹੋਇਆ, ਹਰ ਇੱਕ ਦੇ ਵਿੱਚ ਮੌਜੂਦ ਹੈ। ਫਿਰ ਐਸੇ ਰੱਬ ਨੂੰ ਜਿਹੜਾ ਸਾਰਿਆਂ ਵਿੱਚ ਮੌਜੂਦ ਹੈ, ਘਟ ਘਟ ਦੇ ਅੰਦਰ ਵਿਆਪਕ ਹੈ, ਸਾਰੀਆਂ ਥਾਵਾਂ 'ਤੇ ਵਸ ਰਿਹਾ ਹੈ, ਐਸੇ ਰੱਬ ਦੀ ਪੂਜਾ ਕਿਵੇਂ ਕੀਤੀ ਜਾਏ? ਕਿਉਂਕਿ ਮਨੁੱਖ ਨੇ ਪੂਜਾ ਕਰਨ ਦਾ ਆਧਾਰ ਬਣਾ ਲਏ। ਉਹ ਕਹਿੰਦਾ ਵੀ ਮੈਂ ਪਾਣੀ ਦੇ ਨਾਲ ਧੋਣ ਦਾ ਯਤਨ ਕੀਤਾ ਹੈ, ਇਸ ਤਰ੍ਹਾਂ ਸ਼ਾਇਦ ਰੱਬ ਖੁਸ਼ ਹੋ ਜਾਂਦਾ ਹੈ। ਭਗਤ ਜੀ ਕਹਿੰਦੇ ਕਦੀ ਵਿਚਾਰ ਕਰੀ ਜੀਵਨ ਦੇ ਅੰਦਰ ਕਿ ਜਿਸ ਪਾਣੀ ਦੇ ਨਾਲ ਤੂੰ ਇਹ ਗੱਲ ਕਹਿ ਰਿਹਾ ਕਿ ਮੈਂ ਪੂਜਾ ਕਰ ਲਈ, ਮੈਂ ਥਾਂ ਨੂੰ ਸੁੱਚਾ ਕਰ ਦਿੱਤਾ, ਪਰ ਉਹ ਪਾਣੀ ਤਾਂ ਪਹਿਲਾਂ ਹੀ ਮੈਲਾ ਹੈ। ਬੜੇ ਪਿਆਰੇ ਬਚਨ ਕੀਤੇ, ਕਹਿਣ ਲੱਗੇ ਆਨੀ ਲੈ ਕੁੰਭ ਭਰਾਈ ਲੈ ਉਦਕ। ਘੜਾ ਲਿਆ ਕੇ ਉਸ ਵਿੱਚ ਪਾਣੀ ਭਰਾ ਕੇ ਮੈਂ ਮੂਰਤੀ ਨੂੰ ਇਸ਼ਨਾਨ ਕਰਾਵਾਂ। ਭਗਤ ਜੀ ਕਹਿੰਦੇ ਨੇ ਠਾਕੁਰ ਕੋ ਇਸ਼ਨਾਨ ਕਰੋ, ਮੈਂ ਠਾਕੁਰ ਨੂੰ ਇਸ਼ਨਾਨ ਕਰਾਵਾਂ। ਪਰ ਇਹ ਦੁਨੀਆ ਦੇ ਲੋਕੋ 42 ਲੱਖ ਜੀ ਜਲ ਮੈਂ ਹੋਤੇ ਬੀਠਲ ਪਹਿਲਾ ਕਾਇ ਕਰੋ। ਕਹਿੰਦੇ ਉਸ ਪਾਣੀ ਦੇ ਵਿੱਚ 42 ਲੱਖ ਜੂਨਾਂ ਦੇ ਜੀਵ ਰਹਿੰਦੇ ਹਨ। ਇਹ ਉਹ ਵਿਚਾਰਾਂ ਨੇ ਜੋ ਭਗਤਾਂ ਨੇ ਮਨੁੱਖਤਾ ਦੇ ਸਾਹਮਣੇ ਰੱਖੀਆਂ, ਜੋ ਇੱਕ ਆਮ ਧਾਰਨਾ ਚੱਲਦੀ ਆ ਰਹੀ ਸੀ ਵੀ 84 ਲੱਖ ਜੂਨਾਂ ਹਨ ਅਤੇ 42 ਲੱਖ ਜੂਨਾਂ ਪਾਣੀ ਵਿੱਚ ਰਹਿੰਦੀਆਂ ਹਨ। ਜਿਨ੍ਹਾਂ ਦਾ ਜਨਮ, ਜਿਨ੍ਹਾਂ ਦੇ ਸਰੀਰ ਦੀ ਕਿਰਿਆ ਔਰ ਜਿਨ੍ਹਾਂ ਦੀ ਮੌਤ ਉਸ ਪਾਣੀ ਵਿੱਚ ਹੀ ਹੁੰਦੀ ਹੈ। ਪਾਣੀ ਤੋਂ ਬਿਨਾਂ ਉਹਨਾਂ ਦਾ ਨਾ ਜੀਵਨ ਹੈ,
ना जन्म है ना मौत है, पानी ही सारी क्रिया उत्थे ही चल रही है। और 42 ਲੱਖ जूना पानी विच कईयां गईयां, भावें वो मच्छी के रूप दे विच ने, मच्छियां दे लखां ही रूप हज़ारां ही रूप असीं देखते हाँ, भावें वो वख-वख तरीके दे नाल डड्डू के रूप दे विच है, मगरमच्छ के रूप विच है, जां होर अनंत जूना जिन्हां बारे असीं अज तक जाणू नहीं होए। भगत जी कहते कभी विचार करके वेख्यो कि उस इशनान नूं कि रब दे घर विच की प्रवानगी मिल जानी है। वो स्नान प्रवान नहीं है क्योंकि पानी जूठा है। 42 ਲੱਖ जूना अपनी सारी क्रिया उस दे विच कर रही हैं तो कहने लगे बीठल पहला काय करूँ, पर मेरा निर्ले प्रभु तो पहला ही उन्हां जीवां विच वसदा सी जिहड़े जीव पानी च रहिंदे ने। तो इशनान कर रहा सी, तो फिर मूर्ति नूं मैं काहदे लई इशनान करावां? जब मूर्ति नूं इशनान करा के कि वो पवित्र हो सकती है, वो साफ हो सकती है। साडे विच भी थड़े नूं इशनान कराना, और ये गल समझ लैनी भी शायद असी बहुत मारका मार लिया, असी बहुत गुरमत की गल कर ली। अज असी देखते हैं कि बहुत सारे स्थान गुस्ताखी माफ़ करना कि दुध नाल धोते जाते हैं, और स्टेजां ते साडे वर्गे प्रचारक कहते हैं भी दुध नूं गरीबां विच बण देना चाहिए, ये कर देना चाहिए, पर किते असी देखते हैं कि वो मर्यादा का हिस्सा बन के रह गई चीज़ां भी मर्यादा है जी इत्थे दी। कि कदी विचारे भी गुरु साहिबानां दी किस तरह की विचारधारा सी, जब गुरमत ने इन्हां विचारधारावां नूं प्रवान कीता। पाओगे किते ना किते जिहड़ी विचारधारा भगत नामदेव जी इत्थे बयान कर रहे हैं, कहते वो तो परमात्मा पहला ही निर्लेप है तो सारियां जूनां विच मौजूद है। उस रब नूं किवें खुश किया जा सकता है? और मैं एक बेनती करा, रब नूं प्रसन्न करन वास्ते सारे काम कीते जांदे ने, उसकी पूजा इस करके की जाती है। उन्होंने असी ये चीज़ां जिहड़ियां भेंट करदे अर्पण करदे, इन्हां दा मकसद है रब नूं खुश करना, और उसदे पिछे मकसद लुकिया सुख, कि मैनूं सुख की प्राप्ति हो जाए, मैं कभी दुखी ना होवां, मेरी जिंदगी कोई दुख ना आवे। हर एक मनुख दे जहन दे विच जो एक गल चल रही है, वो चल रही है सुख की। और बंदे नूं जदों पता लगदा सुख रब ही दे सकदा, इस करके मनुख रब नूं प्रसन्न करन दे अनेकां ही साधन समा समा सिर उसने वरते ने। भावें उहदे पिछे कई बारी कारण कुछ हो रहा हुंदा है, हौली हौली वो मर्यादा का हिस्सा बन जांदियां चीज़ां, इतिहास बन के रह जाते हैं। वो चीज़ां सारियां किते न किते मनुख के निज के कर्म विच आ जांदियां हन, जिसका कारण कुछ हो रहा हुंदा है। भगत जी इत्थे कहना चाहते मैं काहदे लई इशनान करावां, क्योंकि मेरा प्रभु तां निर्लेप है, पहला ही उन्हां जीवां विच वसदा सी, तो 42 ਲੱਖ जूना जिहड़ियां उस पानी च रहिंदियां ने, तो उस इशनान नूं मैं किवें पवित्र समझ लवां जिस दृष्टि नाल देखा जाए तो, क्योंकि उन्हां दा सारी क्रिया जल दे विच ही हो रही है। पर मैं तो यही कहना ना, मैं थड़ा सुच्चा कर लिया, मैं मूर्ति सुची कर ली, मैं निशान साहब नूं पाक कर लिया, बहुत सारिया चीज़ां असीं देखते हैं। सानूं इस तरह का एक भुलेखा मन च रहिंदा भी शायद मैं स्नान करा के पानी पा के इन्हां नूं साफ कर लिया। क्योंकि भगत नामदेव जी वैसे भी महाराष्ट्र के रहने वाले ने, तो उन्हां दी बोली जिहड़ी मराठी है, इत्थे अखर बार बार असीं देख रहे हैं, पहला अखर बार बार वरतिया जा रहा है। क्योंकि मराठी बोली विच भूतकाल बनाउण वास्ते क्रिया धातु दे आखिर ते ला लाया जाता मराठी भाषा के अंदर। जिवें उन्हां दी भाषा विच असीं देखते हैं आए ला, कोपिला, ये बेअंत लफज इस तरह के असीं देखते हाँ, पैहे ला या पहला, ये सारे जिहड़े अखर ने उन्हां दी भाषा विच वरते गए। भगत जी कहते ने कि मैं किस लिए स्नान करावां, कि इस क्रिया दे नाल उस चीज़ नूं मैं सुच्चा कर सकदा, पवित्र कर सकदा, कि उस तो मैं कुर्बान हो सकदा, कि मैं सही ये भेंट अर्पण कर सकदा। क्योंकि पूजा का अर्थ तो भेंट ही है ना,
ਐਸੀ ਜਿਹੜੀ ਪੂਜਾ ਹੈ ਕਿ ਰੱਬ ਨੂੰ ਪ੍ਰਵਾਨ ਹੈ, ਐਸੀ ਭੇਟ ਰੱਬ ਨੂੰ ਪ੍ਰਵਾਨ ਹੈ। ਗੱਲ ਤਾਂ ਇਹ ਸੀ ਅਸੀਂ ਕੁਝ ਸਿੱਖਣਾ ਸੀ ਜੀਵਨ ਵਿੱਚ। ਸਿੱਖਣਾ ਇਹ ਸੀ ਕਿ ਰੱਬ ਤਾਂ ਹਰ ਇੱਕ ਜੂਨ ਦੇ ਵਿੱਚ ਵਸ ਰਿਹਾ। ਉਹ ਪਾਣੀ ਵਿੱਚ ਵੀ ਜੂਨਾਂ ਹਨ, ਭਾਵੇਂ ਧਰਤੀ 'ਤੇ ਨੇ, ਭਾਵੇਂ ਆਕਾਸ਼ ਦੇ ਵਿੱਚ ਨੇ। ਜਿਹੜੀ ਵੀ ਜੂਨਾਂ ਸਾਰਿਆਂ ਦੇ ਵਿੱਚ ਉਹ ਪਰਮੇਸ਼ਰ, ਉਹ ਰੱਬ ਵਸਿਆ ਹੋਇਆ ਹੈ। ਅਤੇ ਇਸ ਤਰ੍ਹਾਂ ਰੱਬ ਇਸ ਕਿਰਿਆ ਦੇ ਨਾਲ ਖੁਸ਼ ਨਹੀਂ ਹੁੰਦਾ। ਭਗਤ ਨਾਮਦੇਵ ਜੀ ਕਹਿਣਾ ਚਾਹੁੰਦੇ, ਫਿਰ ਕਹਿਣ ਲੱਗੇ, ਆਨੀ ਲੈ ਫੂਲ ਪਰੋਈ ਲੈ ਮਾਲਾ, ਠਾਕੁਰ ਕੀ ਹੋ ਪੂਜ ਕਰੋ। ਫੁੱਲ ਲਿਆ ਕੇ, ਮਾਲਾ ਪਰੋ ਕੇ ਜੇ ਮੈਂ ਮੂਰਤੀ ਦੀ ਪੂਜਾ ਕਰਾਂ ਤਾਂ ਉਹ ਫੁੱਲ ਤਾਂ ਜੂਠੇ ਹੋਣ ਕਰਕੇ ਪੂਜਾ ਪ੍ਰਵਾਨ ਹੀ ਨਹੀਂ ਹੈ। ਆਨੀ ਲੈ ਫੂਲ ਪਰੋਈ ਲੈ ਮਾਲਾ, ਠਾਕੁਰ ਕੀ ਹੋਂ ਪੂਜ ਕਰੋ। ਪਹਿਲੇ ਬਾਸ ਲਈ ਹੈ ਭਵਰੈ। ਭਗਤ ਜੀ ਕਹਿੰਦੇ ਪਹਿਲਾਂ ਉਹ ਜਿਹੜਾ ਫੁੱਲ ਸੀ ਉਹ ਭਵਰੇ ਨੇ ਜਾ ਕੇ ਉਸਦੀ ਵਾਸਨਾ ਲੈ ਲਈ, ਸੁਗੰਧੀ ਲੈ ਲਈ, ਪਾਓ ਕਿ ਉਹਨੂੰ ਜੂਠਾ ਕਰ ਦਿੱਤਾ। ਕਿ ਫੁੱਲ ਲਿਆ ਕੇ ਅਰਪਣ ਕਰਕੇ ਕਿ ਇਸ ਤਰ੍ਹਾਂ ਪੂਜਾ ਹੋ ਸਕਦੀ ਹੈ। ਬੀਠਲ ਪਹਿਲਾ ਕਾਇ ਕਰੂੰ, ਪਾਓ ਕਿ ਫੁੱਲਾਂ ਦੀ ਸੁਗੰਧੀ ਪਹਿਲਾਂ ਭਵਰੇ ਨੇ ਲੈ ਲਈ ਹੈ, ਤਾਂ ਮੇਰਾ ਬੀਠਲ ਤਾਂ ਪਹਿਲਾਂ ਹੀ ਉਸ ਭਵਰੇ ਵਿੱਚ ਵਸਦਾ ਸੀ, ਅਤੇ ਇਹ ਕਿਰਿਆ ਕਰਨ ਦੀ ਲੋੜ ਕੀ ਹੈ। ਪਾਓ ਕਿ ਇਸ ਤਰ੍ਹਾਂ ਕਿ ਰੱਬ ਖੁਸ਼ ਹੋ ਜਾਏਗਾ। ਭਗਤ ਜੀ ਕਹਿੰਦੇ ਇਹ ਪੂਜਾ ਵੀ ਕਹਿੰਦੇ ਪ੍ਰਵਾਨ ਨਹੀਂ ਹੈ। ਪਾਓ ਕਿ ਉਹ ਪੂਜਾ ਪ੍ਰਵਾਨ ਕਿਵੇਂ ਹੋ ਸਕਦੀ ਹੈ, ਕਿਉਂਕਿ ਉਹ ਫੁੱਲ ਸੁੱਚਾ ਨਹੀਂ ਹੈ। ਇੱਕ ਵਿਦਵਾਨ ਨੇ ਬੜਾ ਸੋਹਣਾ ਲਿਖਿਆ, ਕਹਿੰਦੇ ਜਬ ਵੀ ਹਮ ਤੁਮਾਰੇ ਦਰ पे गए, हाथों में लेके फूल गए, ओ फिरना मक्के का, ओ रुकना गिरते पर्वत का, सब बात तुम्हारी याद रही पर पैगाम तुम्हारा भूल गए। ਸਾਨੂੰ ਸਾਰੀਆਂ ਗੱਲਾਂ ਚੇਤੇ ਰਹਿੰਦੀਆਂ, ਪਰ ਜੋ ਗੁਰੂ ਗ੍ਰੰਥ ਸਾਹਿਬ ਦੇ ਸਾਨੂੰ ਪੈਗਾਮ ਬਖਸ਼ਦੇ ਨੇ ਉਹ ਸਾਨੂੰ ਯਾਦ ਹੀ ਨਹੀਂ ਰਹਿੰਦਾ। ਸਾਨੂੰ ਯਾਦ ਹੈ, ਲੋਕ ਕਹਿੰਦੇ ਫੁੱਲ ਯਾਦ ਨੇ, ਸਾਨੂੰ ਭੇਟਾਵਾਂ ਯਾਦ ਨੇ, ਬਾਕੀ ਚੀਜ਼ਾਂ ਯਾਦ ਨੇ, ਪਰ ਜੋ ਚੀਜ਼ ਇੱਥੋਂ ਲੈ ਕੇ ਜਾਣੀ ਸੀ, ਜੋ ਪੈਗਾਮ ਲੈ ਕੇ ਜਾਣਾ ਸੀ, ਉਹ ਸਾਨੂੰ ਭੁੱਲਿਆ ਹੋਇਆ। ਸਾਨੂੰ ਸਾਖੀਆਂ ਯਾਦ ਨੇ ਕਿ ਮੱਕਾ ਫਿਰ ਗਿਆ ਜੀ। ਅਸੀਂ ਕਹਿੰਦੇ ਹਾਂ ਕਿ ਪੱਥਰ ਜਿਹੜਾ ਸੀ ਉਹ ਰੋਕ ਕੇ ਗੁਰੂ ਸਾਹਿਬ ਨੇ ਪੰਜਾ ਸਾਹਿਬ ਬਣਾ ਦਿੱਤਾ, ਪਰ ਗੁਰੂ ਸਾਹਿਬ ਜੀ ਦਾ ਨਾ ਸਾਰਿਆਂ ਦੇ ਪਿੱਛੇ ਮਕਸਦ ਕੀ ਸੀ, ਮਨੁੱਖ ਨੂੰ ਸਮਝਾਉਣਾ ਕੀ ਚਾਹ ਰਹੇ ਸਨ, ਇਹ ਅੱਜ ਤੱਕ ਬੰਦੇ ਨੂੰ ਸਮਝ ਨਹੀਂ ਆਈ। ਜੇ ਉੱਥੇ ਜਾ ਕੇ ਉਹਨਾਂ ਨੂੰ ਉਪਦੇਸ਼ ਦਿੰਦੇ ਨੇ ਨਾ, ਉਹਨਾਂ ਨੂੰ ਇਹ ਗੱਲ ਸਮਝਾਉਣਾ ਚਾਹੁੰਦੇ ਵੀ ਅੱਲਾ ਕੋਈ ਇੱਕ ਖਾਸ ਦਿਸ਼ਾ ਵਿੱਚ ਨਹੀਂ ਹੈ, ਕਿ ਤੁਸੀਂ ਇੱਕ ਖਾਸ ਦਿਸ਼ਾ ਵਿੱਚ ਮੰਨਿਆ ਹੋਇਆ ਹੈ। ਦੱਖਣ ਦੇਸ ਹਰੀ ਕਾ ਵਾਸਾ, ਪਸ਼ਚਮ ਅੱਲਾ ਮੁਕਾਮਾ। ਉਹ ਸਮਝਾਉਣਾ ਇਹ ਚਾਹੁੰਦੇ ਸਨ ਕਿ ਦਿਲ ਮੈਂ ਖੋਜ, ਦਿਲੇ ਦਿਲ ਖੋਜੋ, ਇਹੀ ਠੋਰ ਮੁਕਾਮਾ। ਅਸਲ ਗੱਲ ਤਾਂ ਇਹ ਸੀ, ਪੈਗਾਮ ਚੇਤੇ ਨਹੀਂ, ਉਹਦੇ ਪਿੱਛੇ ਦੀ ਰਮਜ਼ ਚੇਤੇ ਨਹੀਂ। ਜਿਸ ਰਮਜ਼ ਵਿੱਚ ਗੁਰੂ ਬਾਬਾ ਜੀ ਬੋਲੇ ਨਾ, ਉਹ ਸਾਨੂੰ ਯਾਦ ਨਹੀਂ ਗੱਲਾਂ। ਗੁਰੂ ਸਾਹਿਬ ਦਾ ਮਕਸਦ ਕੋਈ ਰਿਤੀਆਂ ਸਿੱਧੀਆਂ ਦਿਖਾਉਣਾ ਨਹੀਂ, ਗੁਰੂ ਸਾਹਿਬ ਦਾ ਮਕਸਦ ਕੋਈ ਵੱਖਰਾ ਹੋ ਕੇ ਦਿਖਾਉਣਾ ਨਹੀਂ। ਗੁਰੂ ਸਾਹਿਬ ਬੜੀ ਸਾਦਗੀ ਵਿੱਚ ਵਿਚਰਦੇ ਰਹੇ, ਭਗਤ ਬੜੀ ਸਾਦਗੀ ਵਿੱਚ ਵਿਚਰਦੇ ਰਹੇ। ਉਹਨਾਂ ਨੇ ਕੋਈ ਵੱਖਰਾ ਕਰਕੇ ਨਹੀਂ ਵਿਖਾਇਆ, ਕੋਈ ਵੱਖਰੀ ਘਟਨਾ ਜੀਵਨ 'ਚ ਵਰਤ ਜਾਂਦੀ ਹੈ, ਕੁਦਰਤੀ ਹੈ, ਪਰ ਉਹਨਾਂ ਨੇ ਕੋਈ ਉਚੇਚ ਕਰਕੇ ਵੱਖਰਾ ਕਰਕੇ ਨਹੀਂ ਵਿਖਾਇਆ। ਗੁਰੂ ਸਾਹਿਬ ਦਾ ਕੋਈ ਇਹ ਦਿਖਾਣਾ ਨਹੀਂ, ਕੋਤਕ ਦਿਖਾਣਾ ਨਹੀਂ, ਜਾਂ ਇਸ ਤਰ੍ਹਾਂ ਨਹੀਂ ਵੀ ਪੱਥਰ ਨੂੰ ਰੋਕ ਲੈਣਾ ਜਾਂ ਉਸਦੇ ਪੰਜਾ ਜਿਹੜਾ ਅੰਦਰ ਚਲੇ ਜਾਣਾ। ਗੁਰੂ ਸਾਹਿਬ ਦਾ ਮਕਸਦ ਹੀ ਕੁਛ ਹੋਰ ਸੀ। ਇੱਥੇ ਗੁਰੂ ਸਾਹਿਬ ਦਾ ਮਕਸਦ ਕੁਛ ਹੋਰ ਦਰਸਾ ਰਿਹਾ। ਉੱਥੇ ਤਾਂ ਬਲੀ ਗੰਧਾਰੀ ਨੂੰ ਇਹ ਸਮਝਾਉਣਾ ਚਾਹੁੰਦੇ ਨੇ ਕਿ ਇਸ ਪਾਣੀ ਦੇ ਉੱਤੇ ਸਾਰੀ ਮਨੁੱਖਤਾ ਦਾ ਹੱਕ ਹੈ, ਇਕੱਲਾ ਤੇਰਾ ਹੀ ਨਹੀਂ ਹੈ। ਇਹ ਰੱਬੀ ਸੋਮੇ ਨੇ, ਅਤੇ ਰੱਬ ਦੀ ਹਰ ਇੱਕ ਦਾਤ ਹਰ ਇੱਕ ਮਨੁੱਖ ਲਈ ਹੈ, ਇਕੱਲੇ ਤੇਰੇ ਵਾਸਤੇ ਨਹੀਂ ਹੈ। ਇਸ ਕਰਕੇ ਭਗਤ ਜੀ ਨੇ ਜਿਹੜੀ ਵਿਚਾਰ ਸਾਡੇ ਸਮਕਸ਼ ਰੱਖੀ, ਆਖਣ ਲੱਗੇ, ਕਹਿੰਦੇ ਤੂੰ ਫੁੱਲ ਲਾ ਕੇ ਅਰਪਣ ਕਰਦਾ ਹੈ, ਉਸ ਨੂੰ ਮਾਲਾ ਬਣਾਉਂਦਾ ਹੈ, ਅਤੇ ਠਾਕੁਰ ਦੀ ਤੂੰ ਪੂਜਾ ਕਰਦਾ ਹੈ, ਮੂਰਤੀ ਦੀ ਪੂਜਾ ਕਰਦਾ ਹੈ। ਭਾਵੇਂ ਕੋਈ ਮੂਰਤੀ ਦੀ ਪੂਜਾ ਕਰੇ, ਭਾਵੇਂ ਕਿਸੇ ਹੋਰ ਰੂਪ ਦੇ ਵਿੱਚ, ਭਾਵੇਂ ਗੁਰਦੁਆਰਿਆਂ ਥੜਿਆਂ ਦੇ ਉੱਤੇ ਫੁੱਲ ਲਾ ਕੇ ਅਰਪਣ ਕਰਨੇ, ਗੁਰਦੁਆਰਾ ਸਾਹਿਬ ਦੇ ਵਿੱਚ ਲਾ ਕੇ ਅਰਪਣ ਕਰਨੇ, ਕਿਸੇ ਵੀ ਰੂਪ ਦੇ ਵਿੱਚ ਭਗਤਾਂ ਦੀ ਇਹ ਵਿਚਾਰਧਾਰਾ, ਕਿਉਂਕਿ ਸਰਬਪੱਖੀ ਹੈ।
ਕੱਲੇ ਇੱਕ ਇਨਸਾਨ ਵਾਸਤੇ ਨਹੀਂ ਜਾਂ ਇੱਕ ਧਰਮ ਵਾਸਤੇ ਨਹੀਂ, ਇਹ ਸਾਰੇ ਧਰਮਾਂ ਲਈ ਹੈ, ਮਨੁੱਖਤਾ ਵਾਸਤੇ ਵਿਚਾਰ ਹੈ। ਮਨੁੱਖ ਮਾਤਰ ਨੂੰ ਗਿਆਨ ਦੇਣਾ ਚਾਹੁੰਦੇ ਆ। ਆਖਣ ਲੱਗੇ ਫਿਰ ਉਸ ਦਾ ਲਾਭ ਕੀ ਹੈ? ਪਾਓ ਕਿ ਇਸ ਤਰ੍ਹਾਂ ਰੱਬ ਦੀ ਪੂਜਾ ਹੋ ਜਾਏਗੀ। ਕਿਸ ਵਾਸਤੇ ਮੈਂ ਇਹ ਕੰਮ ਕਰਾਂ? ਰੱਬ ਨੂੰ ਕਿਵੇਂ ਮਨਾਵਾਂ? ਪਾਓ ਕਿ ਇਹ ਕੰਮ ਦੇ ਨਾਲ ਰੱਬ ਖੁਸ਼ ਨਹੀਂ ਹੁੰਦਾ। ਫਿਰ ਕਹਿਣ ਲੱਗੇ ਆਨੀ ਲੈ ਦੂਧ ਰਿਦਾਈ ਲੈ ਖੀਰੰ ਠਾਕੁਰ ਕੋ ਨੈਵੇਦ ਕਰੂੰ। ਕਹਿੰਦੇ ਮੈਂ ਦੁੱਧ ਲੈ ਕੇ ਆਵਾਂ, ਉਹਦੀ ਖੀਰ ਤਿਆਰ ਕਰ ਲਵਾਂ, ਠਾਕੁਰ ਕੋ ਨੈਵੇਦ ਕਰੂੰ। ਨੈਵੇਦ ਦਾ ਅਰਥ ਹੁੰਦਾ ਹੈ ਮੂਰਤੀ ਅੱਗੇ ਖਾਣ ਵਾਸਤੇ ਪਦਾਰਥਾਂ ਦੀ ਭੇਟਾ। ਪਾਓ ਕਿ ਮੈਂ ਖੀਰ ਬਣਾ ਕੇ ਲਿਆਵਾਂ, ਠਾਕੁਰ ਦੇ ਅੱਗੇ ਰੱਖ ਦੇਵਾਂ ਅਤੇ ਉਹਨੂੰ ਕਹਾਂ ਵੀ ਇਹ ਭੇਟ ਮੇਰੀ ਤੂੰ ਪ੍ਰਵਾਨ ਕਰ ਲੈ। ਭਗਤ ਜੀ ਕਹਿੰਦੇ ਕਦੀ ਵਿਚਾਰ ਕੀਤੀ ਔਰ ਤੂੰ ਕਹਿੰਦਾ ਵੀ ਇਹ ਭੇਟ ਮੈਂ ਬਿਲਕੁਲ ਸੁੱਚੀ ਲੈ ਕੇ ਆਇਆ, ਮੈਨੂੰ ਚੈੱਕ ਕਰਕੇ ਨਹੀਂ ਵੇਖਿਆ। ਅੱਜ ਕਿਵੇਂ ਅਸੀਂ ਕਹਿੰਦੇ ਨੇ ਵੀ ਅਸੀਂ ਬਿਲਕੁਲ ਝੂਠਾ ਨਹੀਂ ਕੀਤਾ, ਇਹਨੂੰ ਬਿਲਕੁਲ ਸੁੱਚੇ ਬਣਿਆ ਹੋਇਆ, ਜਿਵੇਂ ਅਸੀਂ ਬਣਾਇਆ ਉੱਦਾਂ ਲੈ ਕੇ ਆ ਗਏ ਗੁਰਦੁਆਰੇ ਸਾਹਿਬ। ਪਰ ਭਗਤ ਜੀ ਕੀ ਕਹਿ ਰਹੇ ਨੇ? ਕਹਿਣ ਲੱਗੇ ਇੱਕ ਗੱਲ ਕਦੀ ਵਿਚਾਰੀ ਹੈ, ਪਹਿਲੇ दूध ਬਿਟਾਰਿਓ ਵਛੜਾ। ਪਹਿਲਾਂ ਤਾਂ ਇਸ ਦੁੱਧ ਨੂੰ ਵਛੜੇ ਨੇ ਹੀ ਝੂਠਾ ਕਰ ਦਿੱਤਾ ਹੈ ਔਰ ਤੂੰ ਕਹਿੰਦਾ ਮੈਂ ਤਾਂ ਸੁੱਚਾ ਅਰਪਣ ਕੀਤਾ। ਪਹਿਲਾਂ ਤਾਂ ਵਛੜੇ ਨੇ ਇਸ ਦੁੱਧ ਨੂੰ ਝੂਠਾ ਕਰ ਦਿੱਤਾ ਹੈ। ਫਿਰ ਕਹਿਣ ਲੱਗੇ ਕਹਿੰਦੇ ਬੀਠਲ ਪਹਿਲਾ ਕਾਇ ਕਰੂੰ। ਭਗਤ ਨਾਮਦੇਵ ਜੀ ਸਾਨੂੰ ਇਹ ਗੱਲ ਸਮਝਾਉਣਾ ਚਾਹੁੰਦੇ ਨੇ ਕਿ ਇੱਕ ਗੱਲ ਦੱਸੋ ਵੀ ਇਸ ਕਿਰਿਆ ਦੇ ਨਾਲ ਕਿਵੇਂ ਰੱਬ ਖੁਸ਼ ਹੋ ਸਕਦਾ? ਪਾਓ ਕਿ ਦੁੱਧ ਪੀ ਰਿਹਾ ਸੀ ਇਸ ਮੂਰਤੀ ਅੱਗੇ, ਮੈਂ ਕਿਉਂ ਨਵੇਦ ਭੇਟਾ ਕਰਾਂ? ਪਾਓ ਕਿ ਸੁੱਚਾ ਦੁੱਧ, ਸੁੱਚਾ ਤਾਂ ਹੈ ਹੀ ਨਹੀਂ ਨਾ। ਪਾਓ ਕਿ ਝੂਠਾ ਹੋਣ ਕਰਕੇ ਭੋਜਨ ਪ੍ਰਵਾਨ ਨਹੀਂ, ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨੇ, ਕਿਉਂਕਿ ਪਹਿਲਾਂ ਇਹ ਇਸ ਦੁੱਧ ਨੂੰ ਝੂਠਾ ਕਰ ਦਿੱਤਾ ਸੀ, ਪਰ ਮੇਰਾ ਬੀਠਲ ਤਾਂ ਪਹਿਲਾਂ ਹੀ ਬਛੜੇ 'ਚ ਵਸਦਾ ਹੈ। ਉਸ ਵੇਲੇ ਹੀ ਉਹਨੇ ਪ੍ਰਵਾਨ ਕਰ ਲਿਆ ਬਛੜੇ ਦੇ ਅੰਦਰ, ਮੇਰੇ ਰੱਬ ਨੇ। ਤਾਂ ਉਹਨੂੰ ਪਾਓ ਕਿ ਇੱਥੇ ਸਮਝਣਾ ਚਾਹੀਦਾ ਕੋਈ ਉਚੇਚ ਕਰਨ ਦੀ ਤੁਹਾਨੂੰ ਲੋੜ ਨਹੀਂ ਹੈ। ਰੱਬ ਨੇ ਉਸ ਚੀਜ਼ ਨੂੰ ਪ੍ਰਵਾਨ ਕਰ ਲਿਆ। ਜਦੋਂ ਤੁਸੀਂ ਗੱਲ ਆਰਤੀ ਦੀ ਕਰਦੇ ਹੋ ਨਾ, ਬਾਬਾ ਨਾਨਕ ਨੇ ਇਸ ਗੱਲ ਨੂੰ ਬੜਾ ਸਪਸ਼ਟ ਕੀਤਾ ਸੀ, ਗਗਨ ਮੈਂ ਥਾਲ ਰਵਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਲਨੋ ਪਵਨ ਚਬਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ। ਸਾਨੂੰ ਢੰਗ ਦੱਸਿਆ ਸੀ ਪੂਜਾ ਦਾ ਕਿ ਰੱਬ ਦੀ ਪੂਜਾ ਆਪਣੇ ਆਪ ਹੋ ਰਹੀ ਹੈ। ਤੁਹਾਨੂੰ ਤਾਂ ਉਸ ਵਿਧਾਨ ਨੂੰ ਸਮਝਣ ਦੀ ਲੋੜ ਹੈ, ਬਸ ਰੱਬੀ ਨੇਮ ਨੂੰ ਸਮਝਣ ਦੀ ਲੋੜ ਹੈ। ਜੇ ਰੱਬੀ ਨੇਮ ਨੂੰ ਆਪਾਂ ਸਮਝ ਲਓ ਆਪਾਂ ਪੂਜਾ ਕੀਤੀ। ਜੇ ਰੱਬੀ ਨੇਮ ਨੂੰ ਨਹੀਂ ਸਮਝਿਆ ਤਾਂ ਸਾਡੀ ਕੋਈ ਪੂਜਾ ਨਹੀਂ, ਕਰਮ ਕਾਂਡ ਕੇਵਲ ਵਿਖਾਵਾ ਹੋ ਸਕਦਾ ਕੇਵਲ ਸਾਡਾ। ਜੇ ਰੱਬੀ ਮਰਿਆਦਾ ਨੂੰ, ਰੱਬੀ ਕਾਨੂੰਨ ਨੂੰ, ਉਸਦਾ ਦਿੱਤਾ ਹੋਇਆ ਉਪਦੇਸ਼ ਜੋ ਗੁਰੂ ਸਾਹਿਬ ਜੀ ਦੇ ਰਾਹੀਂ ਪ੍ਰਗਟ ਹੋਇਆ, ਜਿਸ ਉਪਦੇਸ਼ ਦੇ ਅੱਗੇ ਅਸੀਂ ਸੀਸ ਝੁਕਾਉਂਦੇ ਹਾਂ, ਜੇ ਉਹਨੂੰ ਜੀਵਨ 'ਚ ਕਮਾਉਂਦੇ ਹਾਂ, ਤਾਂ ਸਾਡੀ ਕੀਤੀ ਹੋਈ ਪੂਜਾ ਪ੍ਰਵਾਨ ਹੈ। ਅਤੇ ਜੇ ਇੱਦਾਂ ਨਹੀਂ ਕਰਦੇ ਤਾਂ ਪ੍ਰਵਾਨ ਕੋਈ ਨਹੀਂ। ਇਸ ਕਰਕੇ ਭਗਤ ਜੀ ਇੱਥੇ ਸਮਝਾਉਣਾ ਚਾਹੁੰਦੇ ਨੇ ਕਿ ਮੇਰਾ ਬਿਠੁਲ ਤਾਂ ਪਹਿਲਾਂ ਹੀ ਵਛੜੇ ਵਿੱਚ ਵਸਦਾ ਹੈ ਅਤੇ ਦੁੱਧ ਪੀ ਰਿਹਾ ਸੀ ਪਹਿਲਾਂ ਹੀ ਰੱਬ। ਉਸ ਮੂਰਤੀ ਅੱਗੇ ਮੈਂ ਕਿਉਂ ਨਵੇਦ ਭੇਟਾ ਕਰਾਂ? ਕਿ ਉਸ ਮੂਰਤੀ ਨੇ ਛਕਣਾ ਕਿ ਰੱਬ ਜੇ ਇਸ ਤਰ੍ਹਾਂ ਖੁਸ਼ ਹੋ ਜਾਣਗੇ ਖੀਰ ਨੂੰ ਖਾ ਕੇ। ਮੈਂ ਵਾਰ-ਵਾਰ ਇਹਨਾਂ ਗੱਲਾਂ ਨੂੰ ਤੁਹਾਡੇ ਨਾਲ ਸਾਂਝੀ ਕਰਦਾ ਕਿ ਅੱਜ ਬਹੁਤ ਸਾਰੀਆਂ ਚੀਜ਼ਾਂ, ਕਿਤੇ ਉਹ ਚੀਜ਼ ਆਰੰਭ ਹੋਈ ਪਰ ਉਹਦੇ ਪਿੱਛੇ ਕੋਈ ਮਕਸਦ ਹੋਰ ਸੀ, ਪਰ ਉਹ ਕਰਮ ਕਾਂਡ ਬਣ ਜਾਣਾ ਸਹਿਜ ਸੁਭਾਅ ਹੈ। ਧਰਮ ਦਾ ਰੂਪ ਅੱਜ ਜੋ ਅਸੀਂ ਦੇਖ ਰਹੇ ਇਹ ਨਹੀਂ ਸੀ, ਜਾਂ ਜੋ ਪੂਜਾ ਦਾ ਰੂਪ, ਆਰਤੀ ਦਾ ਰੂਪ, ਇਹ ਸਾਰੀਆਂ ਚੀਜ਼ਾਂ ਅਸੀਂ ਆਪਣੇ ਤਰੀਕੇ ਦੇ ਨਾਲ, ਆਪਣੀ ਮਨ ਮਰਜ਼ੀ ਨਾਲ ਚੇਂਜ ਕਰ ਲਈਆਂ। ਜਿਵੇਂ ਮੈਨੂੰ ਚੰਗਾ ਲੱਗਦਾ ਉਸ ਮੁਤਾਬਿਕ ਮੈਂ ਪੂਜਾ ਕਰਦਾ। ਗੁਰੂ ਜਿਵੇਂ ਕਹਿੰਦਾ ਉੱਦਾਂ ਮੈਂ ਪੂਜਾ ਨਹੀਂ ਕਰਦਾ। ਗੁਰੂ ਸਾਹਿਬ ਤਾਂ ਕਹਿੰਦੇ ਨੇ ਵੀ ਤੇਰਾ ਨਾਮ ਕਰੀ ਚਰਨਾਠਿਆਂ ਜੇ ਮਨ ਉਰਸਾ ਹੋਏ, ਕਰਨੀ ਕੁੰਗੂ ਤਾਰ ਲੈ ਘਟ ਅੰਦਰ ਪੂਜਾ ਹੋਏ। ਪੂਜਾ ਕੀਜੈ ਨਾਮ ਧਿਆਈਐ ਬਿਨ ਨਾਮੈ ਪੂਜ ਨਾ ਹੋਏ। ਨਾਮ ਤੋਂ ਬਿਨਾਂ ਪੂਜਾ ਹੈ ਹੀ ਨਹੀਂ। ਸਾਨੂੰ ਵਾਰ-ਵਾਰ ਗੁਰਬਾਣੀ ਨਾਮ ਨਾਲ ਜੋੜ ਰਹੀ ਹੈ।
उस नामी नाल जोड़िए जिस दे नाम की गल, उस हस्ती नाल जोड़ी जिस हस्ती का असी हिस्सा हाँ, जिस दे असी अंश हाँ, जिस रब दे असी अंश हाँ। बार बार गुरबाणी उत्थे जोड़ रही सानू। फिर भगत जी कहते ईवै बिठुल ऊवै बिठुल बिठल बिन संसार नहीं। जगत विच हेठां ते उतां, ईवै दा अर्थ है हेठां ते ऊवै दा अर्थ है उतां, थल्ले ते उत्ते, हर थां बिठल ही बिठल है, रब ही रब है। क्योंकि भगत जी बिठल दे नाम दे नाल याद करते सन। एक होर मैं बेनती कर देवां, गुरबाणी विच कोई भी नाम आया, यही गुरबाणी की खूबी है कि इत्थे सारे नाम प्रवान ने। जितने भी नाम गुरबाणी विच आए ने परमेश्वर दे परथाए, इत्थे सारे नाम प्रवान ने। जे रब नूं मुरारी कह दिता वह भी प्रवान, गोवर्धन कह दिता वह भी प्रवान, अल्लाह कह दिता वह भी प्रवान, ठाकुर कह दिता वह भी प्रवान, विठल कह दिता, सारे नाम प्रवान ने। किसी भी नाम नाल रब नूं चेते किया जा सकता, बस भावना साडी सही होनी चाहिए है। सिद्धांत जो गुरमत ने सानूं दस्सिया उस दे मुताबिक असीं उस रब की सिफत सलाह कर सकते। साडी मन मर्जी का सिद्धांत नहीं होना चाहिए। इस करके भगत जी कहते ने बिठल तो सकना जगत रह ही नहीं सकता। सारे संसार विच बिठल समाया होया, सारे संसार च मौजूद है अकाल पुरख वाहिगुरू। इस करके भगत नामदेव जी उस परमात्मा अगे बेनती करते हैं कि हे बिठल तू सारी सृष्टि विच हर थां ते व्यापक है, हर थां ते मौजूद है। कोई थां ऐसी नहीं जिथे तू व्यापक नहीं, जिथे तू मौजूद नहीं है। क्योंकि सियाणे जिहड़े लोग ने वो इस गल नूं, इस रमज नूं समझते हैं कि रब की जिस तरह असीं पूजा कर रहे हाँ उस तरह रब की पूजा नहीं हो सकती। रब की पूजा हुण किवें होवे? रब की पूजा होवेगी जीवां दा सत्कार करके। संसार दे विच कायनात जितने भी जीव ने, इस कुदरत नूं जदों असीं प्यार करांगे, इस कुदरत तो बलिहार जावांगे, सारे जीवां तो कुर्बान होवांगे, उन्हां सारियां दी हिफाजत करना साडा फर्ज है। जे असीं ऐसा कर रहे हैं, कुदरत विच जो भी चीज़ कादर ने पैदा की है उस दी संभाल करनी साडी मनुखा जीवन की ड्यूटी है। क्योंकि अबर जून तेरी पनिहारी, इस धरती में तेरी सिकदारी। असीं सरदार हां धरती दे। मैं कई बारी बेनती करदा, जे सरदार ही डिग पवे तो कितनी बेइज्जती हुंदी है। मैं कई बारी बेनती करना, छोटा मोटा घर डिग जाए, झुग्गी डिग जाए, बनाई जा सकती है, कोई महल डिग जाए तो बनाना बड़ा मुश्किल है। तो जे मनुख कोल गलती होवे, सारी जूनां दा सरदार और मनुख ही सब तो ज़्यादा गलती कर रहे है सारियां जूनां दा सरदार, श्रोमणी है। अपने जीवन में बड़ा श्रेष्ठ समझदा है, भी श्रेष्ठ समझना भी चाहिए, पर श्रेष्ठ होने दे, वड्डे होने दे सानू अपने फर्ज भी तो समझ आने चाहिए भी जो साडा फर्ज बनता है वो फर्ज भी तो सानू आना चाहिए। क्योंकि पुरातन समय दे विच कुछ चीज़ां जिहड़ियां आरंभ होईयां उन्हां दे पिछे कोई कारण होर सी, पर जिमें जिमें समा बदलता चला गया, जिमें मैं एक उदाहरण दी, एक झरना जदों पत्थर का सीना पाड़ के निकलता बिल्कुल निर्मल होंदा है, साफ जल होंदा है, पर जिमें जिमें अपनी मंजिल तक पहुँचना चाहता है, समुंदर तक पहुँचना चाहता है, उत्थे तक पहुँचदा पहुँचदियां वो काफ़ी मैला हो जाता है। इस तरह ही पूजा का अर्थ सी कि असी उस अपनी मंजिल तक जाना, पर जदों पूजा की आरंभता हुई जा एक किसी भी धर्म ने किसी कर्म नूं आरंभ किया, उसदे पिछे कोई खास मकसद सन। मनुख नूं किते ना किते प्रेरणा दे के जोड़ना सी। कई चीज़ां जिहड़ियां ना
क्योंकि जो गहन विचार करते हैं उस विचार दे विचों सिੱਟਾ ये निकलता है कि कुछ चीज़ां मनुख नूं जोड़न वास्ते इस पासे लाण वास्ते आरंभ कीतियां गईयां भी बंदा इत्थे आवे तो सही किसी तरीके दे नाल। पाओ कि गुरु के दर ते मान लो असीं रोज़ आते हाँ किसी तरीके नाल आउने, पता नहीं किसी दिन कोई गुरु साहब दी बोल, गुरु साहब दा शब्द, गुरु साहब दा उपदेश जे साडे मन नूं टकरा गया, साडी मत दे अंदर वस गया तो साडा जीवन सवर जाना। कई चीज़ां जदों आपां शुरुआत करदे जिवें 40 दिन मत्था टेको जी, लोगों ने चलिया ही बना लिया उहदा पिछे मकसद कुछ होर सी। मैं कई गुरमुख सज्जनां नाल विचार कीती, कहण लगे मकसद पुरातन समय ऐसी भी बंदा 40 दिन लगातार आएगा, गुरु का शब्द असर करेगा, अपने आप का रूटीन बन जाना, वो फिर नागा नहीं कर सकता। किसी दिन तक गल उसदे पकड़ विच आ जाएगी, 40 दिनों में कोई बोलता उन्होंने टच करेगा। पर बहुतात लोगों का चलिया बन जाना एक केवल 40 दिन तक ही गुरुद्वारे आना है तो एक कर्म कांड बन जाना, ये सुभाविक गल है, मकसद नहीं हुंदा सी। पुरातन समय दे विच सारियां चीज़ां जो भगत नामदेव जी इत्थे पूजा दे परथाए बयान करते हैं, आखण लगे असल दे विच ये सारियां चीज़ां दे राही रब की प्राप्ति का एक सुनेहा दिता गया मनुख नूं भी रब की प्राप्ति करनी, रब नाल जुड़ना है। पर हौली हौली रब दे नाल टुट के मनुख केवल पत्थर तक जुड़ गए। जो पत्थर की पूजा की गल शुरू होंदी ना, किते पुरातन समय का इतिहास पढ़ के वेखो 5000 साल पुराना, तो पुरातन समय दे विच मनुख एडा साधारण सी तो उसनूं समझाया जाता सी कि रब की पूजा करो। पुछदा रब किदां दा हुंदा है, रब किहदे वर्गा हुंदा है? लोग कहंदे सी पत्थर वर्गा हुंदा है। कहना जी किवें? पत्थर दे उत्ते ना सर्दी का असर ना गर्मी का असर, पत्थर दे उत्ते ना दुख का असर ना सुख का असर, पत्थर कोई असर नहीं कबूलदा भी रब दे उत्ते ना दुख का असर है ना सुख का असर है ना गर्मी का असर है ना ठंड का असर है। तो अज तुसीं वेखो कि जदों असीं धर्म की मर्यादा नूं वेखदे ना तो कई बारी मन विच आउंदा भी असीं किस पासे तुर पए। गर्मियां हुंदियां असीं एसी लाने सचखंड, सर्दियां हुंदियां असीं बड़े बड़े कंबल पा के दरसाने भी गुरु साहब नूं ठंड ना लग जाए। वो प्यारे रब दे उत्ते ते गुरु दे उत्ते कोई इन्हां चीज़ां दा असर नहीं है। पुरातन समय में जे पत्थर दे नाल जोड़ के जड़ा बंदा बिल्कुल ही बेसमझ सी, उत्थों ये चीज़ां शुरू हुईयां। पर जिमें जिमें मनुख की समझ बढ़ती चली गई, मनुख सियाणा हुंदा गया, पढ़ाई करता गया, मनुख नूं गल समझ आण लग पई ते बाद दे विच उस चीज़ की लोड़ नहीं, एक समय की लोड़ सी। असीं जिमें देखदे कि बच्चे नूं जे ऐड़ा सिखाना तो उहदे नाल अंब बना दिता सी, ऊड़ा सिखाना तो ऊठ बना दिता, पर की पूरी जिंदगी वो ऊठ ते अंब ते अटकिया रहिंदा कि ऊड़े नाल केवल ऊठ ही बनता ਜਾਂ ਐੜੇ ਨਾਲ अंब ही बनता, उत्ते तो हज़ारों अखर बन जाते हैं क्योंकि फिर ਉਹਦੇ जिंदगी चो वो जिहड़ी शुरुआत हुंदी वो हट जाती है, वो मूर्तां हट जांदियां ते उन्होंने सच की समझ आ जाती है। भगत नामदेव जी ने बड़ी डूंघाई विच जाके ना गल्लां नूं शब्द दे राहीं बयान किया और गल समझाई कि मूर्ति पूजा का खंडन करके जो सर्व व्यापक परमात्मा है सानूं उसकी सिफत सलाह करनी चाहिए, उस मालक की वडियाई करनी चाहिए, ना कि इन्हां मूर्तियां की ਜਾਂ होर दी पूजा करनी चाहिए है। सानू केवल रब की सिफत सलाह करनी चाहिए है और रब कुदरत विच वस रहा है, इस करके रब की पूजा वास्ते कुछ उचेज करन दी लोड़ नहीं है। बस उसकी कुदरत का सत्कार करो, कादर नूं उस कुदरत विच देखो जदों आपां कुदरत दे विच कादर नूं वेखांगे तो उस दिन खेड बन जानी है। जिस दिन ये गल समझ आ गई, अवल अल्लाह नूर उपाया कुदरत के सब बंदे, एक नूर ते सब जग उपजा कौन भले को मंदे, लोगा भरम ना भूलो भाई, खालक खलक खलक में खालक पूर रहो सर्व ठाई, माटी एक अनेक भांत कर साजी साजन हारै, ना कछ पोच माटी के भांडै ना कछ पोच कुम्हारै। जिस दिन ये गल समझ विच आ गई, मनुखता दा नूं प्यार करांगे, सारे संसार दे जीवन का सत्कार करांगे, तो जदों सत्कार करना आ गया उस दे विच रब नूं देखना आ गया और ये जाच साडे जीवन विच आ गई कि सारियां चीज़ां च रब वस रहा, हर थां व्यापक है। तो जदों उसनूं हर थां ते वेख लवांगे, सारियां चीज़ां का सत्कार करना शुरू कर देवांगे, तो समझ लो पूजा होनी आरंभ हो गई। जिवें कि पूजा करदी है अग,
ਮਹਾਰਾਜ ਕਹਿੰਦੇ ਨੇ ਪਵਨ ਪਾਣੀ ਵੈ ਸੰਤਰੋ ਹੁਕਮ ਕਰੈ ਭਗਤੀ। ਪਵਨ ਪਾਣੀ ਵੈ ਸੰਤਰ, ਪਵਨ ਹਵਾ, ਪਾਣੀ ਜਲ, ਵੈ ਸੰਤਰੋ ਅੱਗ। ਹੁਣ ਉਹ ਭਗਤੀ ਕਰ ਰਹੇ ਨੇ, ਹੁਕਮ ਕਰੇ ਭਗਤੀ, ਕਿਉਂਕਿ ਉਹ ਰੱਬੀ ਵਿਧਾਨ 'ਚ ਰਹਿੰਦੇ ਨੇ, ਭਗਤੀ ਹੋ ਰਹੀ ਹੈ। ਜਿੰਨਾ ਸਿੱਖ ਰੱਬੀ ਵਿਧਾਨ ਵਿੱਚ ਆ ਗਿਆ, ਗੁਰੂ ਸਾਹਿਬ ਜੀ ਦੇ ਹੁਕਮ ਵਿੱਚ ਆ ਗਿਆ, ਉਸ ਨਾਲ ਇਸ ਨੂੰ ਕੋਈ ਉਚੇਚ ਕਰਨ ਦੀ ਲੋੜ ਨਹੀਂ। ਇਸ ਦੀ ਭਗਤੀ ਫਿਰ ਉਸ ਦੇ ਨਾਲ ਆਰੰਭ ਹੈ। ਜੋ ਮਰਜ਼ੀ ਕਰੀ ਜਾਵਾਂਗੇ, ਜੇ ਉਸਦੇ ਹੁਕਮ ਵਿੱਚ ਨਹੀਂ ਆਏ ਤਾਂ ਗੁਸਤਾਖੀ ਮਾਫ਼ ਕਰਨਾ, ਫਿਰ ਅਸੀਂ ਭਗਤੀ ਤੋਂ ਵਾਂਝੇ ਹਾਂ। ਇੱਕ ਅਰਦਾਸ ਸਾਰੇ ਆਪਣੇ ਵਾਸਤੇ ਕਰਕੇ ਜਾਓ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋਂ ਸ਼ਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਮਹਾਰਾਜ ਆਪਣੀ ਭਗਤੀ ਵਿੱਚ ਲਾ, ਤੇਰੇ ਚਰਨਾਂ 'ਚ ਨਾਨਕ ਦੀ ਬੇਨਤੀ ਹੈ ਕਿ ਮੈਂ ਭਟਕਦਾ ਭਟਕਦਾ ਇਤਨੀ ਜੂਨਾਂ ਹੰਡਾ ਕੇ ਇਹ ਮਨੁੱਖਾ ਜੀਵਨ ਲਿਆ, ਮੈਨੂੰ ਮਨੁੱਖਾ ਜੀਵਨ ਮਿਲਿਆ, ਇਸ ਜੀਵਨ ਵਿੱਚ ਆਪਣੀ ਭਗਤੀ ਦੀ ਦਾਤ ਬਖਸ਼, ਮੇਰੇ ਉੱਤੇ ਤਰਸ ਕਰ। ਇਹ ਜ਼ਰੂਰ ਅਰਦਾਸ ਕਰਿਓ, ਮੇਰੇ ਲਈ ਵੀ ਅਰਦਾਸ ਕਰਿਓ, ਆਪਣੇ ਵਾਸਤੇ ਵੀ ਅਰਦਾਸ ਕਰਿਓ ਵੀ ਅਸੀਂ ਗੁਰੂ ਕੋਲੋਂ ਭਗਤੀ ਦੀ ਦਾਤ ਲੈ ਸਕੀਏ ਔਰ ਸੱਚੀ ਭਗਤੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸਮਝ ਸਕੀਏ। ਇਤਨੇ ਬੋਲ ਪ੍ਰਮਾਣ। ਸਾਰਿਆਂ ਦਾ ਧੰਨਵਾਦ ਜੀ। ਆਇਆਂ ਨੂੰ ਫਤਿਹ ਦੀ ਸਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜਿਆ ਵਾਦਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸਬਦੋਂ ਤਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੁਮ ਮਨ ਮੇਰੇ, ਦੁਖ ਸਭ ਵਿਸਾਰਨਾ। ਅੰਗੀਕਾਰ ਓ ਕਰੇ ਤੇਰਾ ਘਰ ਸਭ ਸਵਾਰਨਾ। ਸਭਨਾ ਗੱਲਾਂ ਸਮਰਤ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ